ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੇ ਭਾਗ ਵਿੱਚ ਤੁਸੀਂ ਪੜ੍ਹਿਆ ਕਿ ਅਮਨ ਸਹੀ ਮੁੰਡਾ ਨਹੀਂ ਸੀ। ਉਸਨੇ ਨੀਤੂ ਨਾਲ ਧੋਖਾ ਕੀਤਾ ਜ਼ਬਰਦਸਤੀ ਤੇ ਫਿਰ ਕਿਹਾ ਕਿ ਉਹ ਤਾਂ ਬਹੁਤ ਸ਼ਰਮਿੰਦਾ ਹੈ, ਉਹ ਉਸ ਨਾਲ ਰਹੇਗਾ, ਉਸ ਦਾ ਸਾਥ ਦੇਵੇਗਾ। ਰੀਆ ਨੇ ਵੀ ਉਸ ਨੂੰ ਮਾफ़ ਕਰ ਦਿੱਤਾ ਕਿਉਂਕਿ ਹੁਣ ਉਸ ਦਾ ਤਨ ਮਨ ਸਭ ਤਾਂ ਅਮਰ ਨੇ ਛੋਹ ਲਿਆ ਸੀ। ਉਹ ਉਸ ਨਾਲ ਹੀ ਰਹਿਣਾ ਚਾਹੁੰਦੀ ਸੀ। ਅਮਰ ਦਾ ਮਨ ਫਿਰ ਉਸ ਦੇ ਜਿਸਮ 'ਤੇ ਡੋਲ ਗਿਆ, ਪਰ ਰੀਆ ਉਸ ਨੂੰ ਨਾ ਕਰ ਸਕੀ। ਰੀਆ ਪ੍ਰੈਗਨੈਂਟ ਹੋਈ ਤਾਂ ਉਸਨੇ ਅਮਰ ਨੂੰ ਇਸ ਬਾਰੇ ਦੱਸਿਆ। ਅਮਰ ਸਾਫ਼ ਮੁੱਕਰ ਗਿਆ। ਫਿਰ ਇੱਕ ਰਾਤ ਰੀਆ ਦਾ ਅਮਰ ਨਾਲ ਬਹੁਤ ਝਗੜਾ ਹੋਇਆ। ਅਮਰ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਮਾਰ ਦੇਵੇਗਾ। ਰੀਆ ਪੀਜੀ 'ਚ ਰਹਿੰਦੀ ਸੀ। ਉਹ ਰਾਤ ਉਹ ਡਰੀ ਹੋਈ ਤੇ ਬਹੁਤ ਮੇਰੇ ਨਾਲ ਗੱਲ ਕਰਦਿਆਂ ਅਚਾਨਕ ਉਸ ਦਾ ਫੋਨ ਬੰਦ ਹੋ ਗਿਆ। ਮੈਂ ਸਟਾਕੀ ਕੋਲ ਬੈਠੀ ਬਾਹਰ ਦੇਖਿਆ ਕਿ ਕੋਈ ਕੁੜੀ ਦੂਰੋਂ ਭੱਜੀ ਖੁੱਲ੍ਹੇ ਬਾਲਾਂ 'ਚ ਆ ਰਹੀ ਆ। ਟਾਕੀ ਦੇ ਠੀਕ ਸਾਹਮਣੇ ਆ ਕੇ ਉਹ ਰੁਕੀ ਗਈ। ਉਹ ਰੀਆ ਸੀ। ਉਹ ਕੀ ਕਹਿ ਰਹੀ ਸੀ ਇਹ ਸਮਝ ਨਹੀਂ ਸੀ ਆ ਰਹੀ। ਮੈਂ ਇਸ ਹਾਲ 'ਚ ਉਸ ਨੂੰ ਦੇਖ ਕੇ ਬਹੁਤ ਡਰ ਗਈ। ਮੈਂ ਭੱਜ ਕੇ ਨੀਚੇ ਪਹੁੰਚੀ ਤਾਂ ਇੱਕ ਕਾਰ ਉੱਥੇ ਖੜੀ ਸੀ ਜੋ ਮੈਨੂੰ ਦੇਖਦੇ ਹੀ ਤੇਜ਼ ਰਫ਼ਤਾਰ 'ਚ ਉੱਥੋਂ ਚਲੀ ਗਈ। ਮੈਨੂੰ ਪਤਾ ਉਹ ਕਾਰ ਅਮਰ ਦੀ ਸੀ। ਉਹ ਰੀਆ ਨੂੰ ਲੈ ਗਿਆ। ਮੈਂ ਕਾਰ ਦੇ ਪਿੱਛੇ ਕੁਝ ਦੂਰ ਤੱਕ ਭੱਜੀ, ਫਿਰ ਥੱਕ ਕੇ ਡਿੱਗ ਗਈ ਤੇ ਉਹ ਕਾਰ ਅੱਗੇ ਨਿਕਲ ਗਈ। ਘਰ ਆ ਕੇ ਮੰਮੀ ਨੂੰ ਦੱਸਿਆ। ਉਹਨੇ ਮੇਰੀ ਸੁਣੀ ਹੀ ਨਹੀਂ। ਮੇਰੀ ਗੱਲ ਸੁਣੀ ਤਾਂ ਘੂਰ ਕੇ ਕਿਹਾ ਕਿ ਚੁੱਪ ਰਹਿ। ਗਿਣਦੀ ਵੀ ਨਹੀਂ ਸੀ। ਅਗਲੇ ਦਿਨ ਰੀਆ ਦੀ ਲਾਸ਼ ਮਿਲੀ ਤੇ ਖਬਰ ਕਿ ਉਸਨੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਪਰ ਮੈਂ ਜਾਣਦੀ ਹਾਂ ਕਿ ਉਹ ਮਰਨ ਵਾਲੀ ਨਹੀਂ ਸੀ, ਇੰਨੀ ਕਮਜ਼ੋਰ ਨਹੀਂ ਸੀ। ਜਦੋਂ ਇਹ ਪਤਾ ਲੱਗਿਆ ਕਿ ਉਹ 2 ਮਹੀਨੇ ਦੀ ਪ੍ਰੈਗਨੈਂਟ ਸੀ, ਮੰਮੀ ਨੇ ਮੈਨੂੰ ਬਹੁਤ ਘੂਰਿਆ ਤੇ ਕਿਹਾ ਮੈਂ ਕੁਝ ਨਾ ਬੋਲਾਂ, ਕਿਸੇ ਨੂੰ ਕੁਝ ਨਾ ਦੱਸਾਂ, ਨਾ ਹੀ ਗਿੰਦੀ ਨੂੰ। ਉਹ ਬਹੁਤ ਹਿੰਮਤ ਵਾਲੀ ਸੀ। ਉਹ ਤਾਂ ਕਹਿੰਦੀ ਹੁੰਦੀ ਸੀ ਕਿ ਉਹ ਆਪਣਾ ਬੱਚਾ ਆਪ ਹੀ ਪਾਲ ਲਵੇਗੀ, ਪਰ ਨਾ ਆਪਣੀ ਜਾਨ ਦੇਵੇਗੀ, ਨਾ ਹੀ ਆਪਣੇ ਬੱਚੇ ਦੀ ਜਾਨ ਲਵੇਗੀ। ਨੀਤੂ ਦੇ ਮੂੰਹੋਂ ਤਾਂ ਜਿਵੇਂ ਕੋਈ ਬੋਲ ਹੀ ਨਹੀਂ ਸੀ ਨਿਕਲ ਰਿਹਾ। ਮਣੀ ਨੀਤੂ ਵੱਲ ਦੇਖ ਕੇ ਬੋਲੀ, ਮੈਂ ਕੁਝ ਨਹੀਂ ਕਰ ਸਕੀ ਕਿਉਂ ਉਸ ਦੇ ਲਈ। ਇੱਕ ਖੂਨੀ ਆਜ਼ਾਦ ਘੁੰਮ ਰਿਹਾ 2 ਖੂਨ ਕਰਕੇ, ਇੱਕ ਮੇਰੀ ਦੋਸਤ ਤੇ ਇੱਕ ਉਸ ਦੀ ਮਾਸੂਮ ਜਾਨ ਜੋ ਹਜੇ ਦੁਨੀਆ 'ਚ ਆਈ ਨਹੀਂ ਸੀ। ਨੀਤੂ ਦੇ ਮਣੀ ਦਾ ਸਿਰ ਸੀਨੇ ਨਾਲ ਲਾਇਆ ਤੇ ਕਿਹਾ, ਪਿਆਰ ਕਰਨ ਵਾਲਾ ਵਿਆਹ ਜ਼ਰੂਰ ਕਰਾਏਗਾ, ਇੰਜ ਨਹੀਂ ਕਰਦਾ ਸੱਚਾ ਪਿਆਰ। ਹੁਣ ਜੋ ਹੋ ਗਿਆ ਉਸ ਨੂੰ ਬਾਰ-ਬਾਰ ਸੋਚ ਕੇ ਕੁਝ ਨਹੀਂ ਮਿਲਣਾ, ਸੰਭਾਲ ਲਾ ਖੁਦ ਨੂੰ ਮਣੀ। ਮਣੀ ਨੇ ਹਾਂ 'ਚ ਸਿਰ ਹਿਲਾਇਆ। ਨੀਤੂ ਨੇ ਉਸ ਨੂੰ ਆਰਾਮ ਨਾਲ ਸੌਣ ਲਈ ਕਿਹਾ ਤੇ ਆਪ ਵੀ ਸੌਂ ਗਈ। ਲੋੜ ਅਗਲਾ ਦਿਨ ਐਤਵਾਰ ਦਾ ਹੋਣ ਕਾਰਨ ਸਭ ਘਰ ਹੀ ਸੀ। ਬਸ ਜੀਤੀ ਨੇ ਹੁਣ ਤਿਆਰ ਹੋ ਕੇ ਕਿਟੀ ਪਾਰਟੀ ਤੇ ਚਲੇ ਜਾਣਾ ਸੀ ਤੇ ਸ਼ਾਮ ਨੂੰ ਆਉਣਾ ਸੀ। ਗਿੰਦੀ ਟੀਵੀ ਮੂਹਰੇ, ਮਣੀ ਕਾਲਜ ਦੀਆਂ ਕਿਤਾਬਾਂ 'ਚ ਤੇ ਨੀਤੂ ਘਰ ਦਿਆਂ ਕੰਮਾਂ 'ਚ, ਫਿਰ ਕੱਪੜਿਆਂ ਦੇ ਕੰਮਾਂ 'ਚ ਰੁੱਝ ਜਾਂਦੀ। ਜੀਤੀ ਦੇ ਜਾਣ ਬਾਅਦ ਗਿੰਦੀ ਨੇ ਨੀਤੂ ਤੇ ਮਣੀ ਨੂੰ ਖਾਣੇ ਦੇ ਟੇਬਲ 'ਤੇ ਗੱਲਾਂ ਕਰਦੇ ਦੇਖਿਆ ਤਾਂ ਉਸ ਨੂੰ ਚੰਗਾ ਲੱਗਿਆ ਕਿ ਹੌਲੀ-ਹੌਲੀ ਦੋਵੇਂ ਘੁਲ ਮਿਲ ਜਾਣਗੀਆਂ। ਗਿੰਦੀ ਨੂੰ ਕੁਝ ਯਾਦ ਆਇਆ ਤੇ ਉਹ ਆਪਣੇ ਕਮਰੇ 'ਚ ਗਿਆ ਤੇ ਆਪਣਾ ਪੁਰਾਣਾ ਫੋਨ ਲੈ ਕੇ ਆਇਆ ਤੇ ਨੀਤੂ ਨੂੰ ਦਿੰਦਾ ਹੋਇਆ ਬੋਲਿਆ, ਨੀਤੂ ਰੱਖ ਲਾ, ਲੋੜ ਪੈ ਜਾਂਦੀ ਆ। ਤੇ ਕਿੰਨੇ ਦਿਨ ਹੋ ਗਏ ਆਈ ਨੂੰ। ਮਣੀ ਨਾਲ ਬਾਜ਼ਾਰ ਚਲੀ ਜਾ, ਮਣੀ ਤੈਨੂੰ ਨਵਾਂ ਸਿਮ ਦਵਾ ਦੂ। ਨੀਤੂ ਨੇ ਫੋਨ ਫੜਦਿਆਂ ਕਿਹਾ, ਹਾਂ ਸਮਾਨ ਤਾਂ ਲੈਣਾ। ਮਣੀ ਚੱਲ ਗਏ। ਮਣੀ ਨੇ ਵੀ ਕਿਹਾ, ਹਾਂ ਚੱਲਦੇ ਹਾਂ, ਮੈਂ ਵੀ ਕੁਝ ਸਮਾਨ ਲੈਣਾ। ਬਸ ਫਿਰ ਠੀਕ ਆ, ਤਿਆਰ ਹੋਵੋ ਦੋਨੋਂ, ਮੈਂ ਕਾਰ 'ਚ ਤੁਹਾਨੂੰ ਛੱਡ ਕੇ ਅੱਗੇ ਚਲਾ ਜਾਊਂਗਾ ਆਪਣੇ ਯਾਰ ਦੋਸਤਾਂ ਨਾਲ। ਗਿੰਦੀ ਨੇ ਮਣੀ ਦੀ ਕਿਤਾਬ ਉਸ ਦੇ ਅੱਗੇ ਤੋਂ ਚੁੱਕ ਕੇ ਬੰਦ ਕਰਦੇ ਹੋਏ ਕਿਹਾ। 12 ਵਜੇ ਨੂੰ ਤਿੰਨੋਂ ਤਿਆਰ ਸੀ। ਗਿੰਦੀ ਉਹਨਾਂ ਨੂੰ ਬਾਜ਼ਾਰ 'ਚ ਉਤਾਰ ਕੇ ਚਲਾ ਗਿਆ। ਨੀਤੂ ਆਪਣੇ ਆਲੇ ਦੁਆਲੇ 'ਚ ਬਿਲਕੁਲ ਖੋ ਗਈ। ਸ਼ਹਿਰੀ ਕੁੜੀਆਂ ਦੀ ਜੀਨਸ ਟੌਪ, ਡਿਜ਼ਾਈਨਰ ਕੋਟ, ਸਵੈਟਰ, ਜੈਕਟ। ਨੀਤੂ ਦਾ ਮਨ ਕਰਦਾ ਸੀ ਕਿ ਉਹ ਵੀ ਹਰ ਤਰ੍ਹਾਂ ਦੇ ਕੱਪੜੇ ਲਵੇ, ਪਹਿਨੇ ਤੇ ਮਾਡਲਾਂ ਵਾਂਗ ਫੋਟੋ ਸ਼ੂਟ ਲਈ ਖੜਾ ਹੋਵੇ। ਨੀਤੂ ਨੂੰ ਪਤਾ ਸੀ ਕਿ ਇਹ ਖੁਸ਼ੀਆਂ ਉਸ ਦੇ ਜੀਵਨ 'ਚ ਸਦਾ ਨਹੀਂ ਰਹਿਣਗੀਆਂ। ਕੁਝ ਹੀ ਮਹੀਨਿਆਂ ਤੱਕ ਜਦ ਉਸ ਦੇ ਪਿੰਡ ਜਾਣਾ, ਉਸ ਦੀ ਜ਼ਿੰਦਗੀ ਫਿਰ ਉਹੀ ਹੋ ਜਾਣੀ ਆ। ਦੋਵਾਂ ਨੇ ਜ਼ਰੂਰਤ ਦਾ ਸਮਾਨ ਲਿਆ ਤੇ ਫਿਰ ਕੁਝ ਖਾਣ ਪੀਣ ਲਈ ਕੈਫੇ 'ਚ ਜਾ ਬੈਠੀਆਂ। ਰਵਨੀਤ ਦੇ ਠੀਕ ਸਾਹਮਣੇ ਇੱਕ ਮੁੰਡਾ ਬੈਠਾ ਸੀ ਜਿਸ ਦਾ ਧਿਆਨ ਰਵਨੀਤ ਤੇ ਉਦੋਂ ਪਿਆ ਜਦੋਂ ਮਣੀ ਉਸ ਦੇ ਫੋਨ 'ਚ ਸਿਮ ਪਾ ਕੇ ਉਸ ਨੂੰ ਫੋਨ ਚਲਾਉਣਾ ਦੱਸ ਰਹੀ ਸੀ। ਤੇ ਨੀਤੂ ਨੇ ਬਹੁਤ ਖੁਸ਼ ਹੁੰਦਿਆਂ ਕਿਹਾ, ਮਣੀ ਫੋਟੋ ਆਪਾਂ ਦੋਹਾਂ ਦੀ ਪਲੀਜ਼। ਇੱਕ ਮੁੰਡਾ ਉਹ ਮੁੰਡਾ ਦੇਖਣ ਨੂੰ ਸੋਹਣਾ ਸੀ। ਉਸ ਦੀਆਂ ਅੱਖਾਂ ਨੀਤੂ ਤੇ ਟਿਕ ਗਈਆਂ। ਮਣੀ ਨੀਤੂ ਨਾਲ ਸੈਲਫੀ ਲੈ ਰਹੀ ਸੀ ਤੇ ਨੀਤੂ ਦੀ ਫੋਟੋ ਵੀ ਲੈ ਰਹੀ ਸੀ। ਮਣੀ ਵੀ ਅੱਜ ਆਪਣੀਆਂ ਸੋਚਾਂ ਤੋਂ ਬਾਹਰ ਸੀ। ਨੀਤੂ ਨੇ ਕਿਹਾ, ਮਣੀ ਆਪਣੀ ਦੋਹਾਂ ਦੀ ਫੋਟੋ ਪਿਕ ਵੀ ਇੱਕ। ਕਹਿੰਦੇ ਹੋਏ ਨੀਤੂ ਦਾ ਧਿਆਨ ਉਹੀ ਮੁੰਡੇ ਤੇ ਪਿਆ ਜੋ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਨਿਹਾਰ ਰਿਹਾ ਸੀ। ਉਹ ਉਸ ਵੱਲ ਵਧੀ ਤੇ ਕਿਹਾ, ਤੁਸੀਂ ਸਾਡੀ ਦੋਵਾਂ ਦੀ ਇੱਕ ਫੋਟੋ ਲੈ ਸਕਦੇ ਹੋ ਪਲੀਜ਼। ਉਸ ਮੁੰਡੇ ਨੇ ਹਾਂਜੀ ਹਾਂਜੀ ਕਹਿੰਦੇ ਹੋਏ ਫੋਨ ਫੜਿਆ ਤੇ ਦੋਹਾਂ ਦੀਆਂ ਕੋਈ ਤਸਵੀਰਾਂ ਕਲਿੱਕ ਕੀਤੀਆਂ। ਅੱਛਾ ਨੀਤੂ ਚੱਲਦੇ ਹਾਂ ਫਿਰ, ਹੁਣ ਮੈਂ ਕਰਦੀ ਹਾਂ ਵੀਰੇ ਨੂੰ ਫੋਨ, ਕਹਿ ਕੇ ਮਣੀ ਕੰਨ ਨੂੰ ਫੋਨ ਲਾ ਕੇ ਥੋੜ੍ਹਾ ਅੱਗੇ ਹੋ ਗਈ।
ਨੀਤੂ ਤਸਵੀਰਾਂ ਦੇਖ ਕੇ ਖੁਸ਼ ਹੋ ਰਹੀ ਸੀ ਤੇ ਉਸਨੇ ਇੱਕ ਅਜਨਬੀ ਮੁੰਡੇ ਨੂੰ ਥੈਂਕਸ ਕਿਹਾ ਤੇ ਦੋਵੇਂ ਸਮਾਨ ਸਮੇਟਦੀਆਂ ਉੱਥੋਂ ਚਲੀਆਂ ਗਈਆਂ। ਘਰ ਪਹੁੰਚਦੇ ਨੀਤੂ ਨੇ ਸਾਰੇ ਰਹਿੰਦੇ ਕੰਮ ਸਿਰੇ ਲਾ ਦਿੱਤੇ। ਜੀਤੀ ਵੀ ਉਸ ਤੋਂ ਖੁਸ਼ ਸੀ ਕਿਉਂਕਿ ਉਹ ਬਹੁਤ ਹੀ ਸੋਹਣਾ ਕੰਮ ਕਰਦੀ ਸੀ। ਮਣੀ ਵੀ ਹੁਣ ਗੱਲਬਾਤ ਕਰ ਲੈਂਦੀ। ਰਾਤ ਨੂੰ ਗੱਲਾਂ ਕਰਦੇ ਗਿੰਦੀ ਨੀਤੂ ਨੂੰ ਉਸਦੇ ਸੁਪਨੇ ਬਾਰੇ ਪੁੱਛਦਾ ਹੈ ਤਾਂ ਨੀਤੂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਸੀ। ਉਸ ਨੂੰ ਦੱਸਦੀ ਆ ਕਿ ਗਿੰਦੀ ਉਸ ਨੂੰ ਕਹਿੰਦਾ ਹੈ ਫਿਰ ਤੂੰ ਕੋਈ ਕੋਰਸ ਕਰ ਲਾ, ਵੈਸੇ ਵੀ ਸਭ ਆਉਂਦਾ, ਤੈਨੂੰ ਇੱਕ ਸਰਟੀਫਿਕੇਟ ਹੀ ਤਾਂ ਚਾਹੀਦਾ, ਕਰ ਲਾ ਕੋਰਸ। ਨੀਤੂ ਦਾ ਮਨ ਇਹ ਗੱਲ ਤੋਂ ਖੁਸ਼ ਸੀ ਤੇ ਉਸਨੇ ਪੁੱਛਿਆ ਕਿ ਕਿੱਥੇ ਤੇ ਕਿਵੇਂ। ਗਿੰਦੀ ਨੇ ਉਸ ਨੂੰ ਕਿਹਾ ਤੂੰ ਕੋਰਸ ਕਰਨਾ, ਠੀਕ ਆ, ਬਸ ਸਵੇਰੇ ਚੱਲਦੇ ਆਂ, ਹੁਣ ਤੂੰ ਸੌਂ ਜਾ। ਨੀਤੂ ਜਦ ਕਮਰੇ 'ਚ ਗਈ ਤਾਂ ਉਸਨੇ ਦੇਖਿਆ ਕਿ ਅੱਜ ਮਣੀ ਪਹਿਲਾਂ ਹੀ ਸੌਂ ਗਈ ਸੀ, ਸ਼ਾਇਦ ਥਕਾਨ ਕਾਰਨ। ਅਗਲੇ ਦਿਨ ਗਿੰਦੀ ਨੀਤੂ ਨੂੰ ਇੱਕ ਸਿਲਾਈ ਸੈਂਟਰ 'ਚ ਲੈ ਗਿਆ। ਉਹ ਉਸਦੇ ਕਿਸੇ ਦੋਸਤ ਦੀ ਮਾਤਾ ਜੀ ਦਾ ਸੈਂਟਰ ਸੀ। ਉਹਨਾਂ ਨੇ ਕਿਹਾ ਕਿ ਨੀਤੂ ਨੂੰ 6 ਮਹੀਨਿਆਂ ਦਾ ਕੋਰਸ ਕਰਨਾ ਪਵੇਗਾ। ਸਰਟੀਫਿਕੇਟ ਮਿਲਣ ਦੇ ਬਾਅਦ ਸ਼ਹਿਰ 'ਚੋਂ ਕਿਤੇ ਵੀ ਆਪਣਾ ਬੁਟੀਕ ਜਾਂ ਕਿਸੇ ਵੀ ਬੁਟੀਕ 'ਚ ਕੰਮ ਕਰ ਸਕੇਗੀ। ਰੋਜ਼ 10 ਵਜੇ ਤੋਂ 2 ਵਜੇ ਤੱਕ ਦੀ ਕਲਾਸ ਹੋਵੇਗੀ। ਇੱਕ ਸੈਂਟਰ ਉਸੇ ਕੈਫੇ ਦੇ ਕੋਲ ਸੀ। ਸਵੇਰੇ ਗਿੰਦੀ ਆਫਿਸ ਜਾਂਦਾ ਹੋਇਆ ਉਸ ਨੂੰ ਛੱਡ ਕੇ ਚਲਾ ਜਾਂਦਾ ਤੇ ਘਰ ਜਾਣ ਲਈ ਵੀ ਹੱਲ ਹੋ ਗਿਆ ਸੀ। ਉਸ ਦੀ ਇੱਕ ਕੁੜੀ ਪ੍ਰੀਤੀ ਨਾਲ ਦੋਸਤੀ ਹੋ ਗਈ ਜੋ ਸਕੂਟੀ 'ਤੇ ਉਸਦੇ ਘਰ ਵੱਲ ਤੋਂ ਆਉਂਦੀ ਸੀ। ਉਸ ਨੂੰ ਘਰ ਛੱਡ ਦਿੰਦੀ ਸੀ। ਨੀਤੂ ਆਪਣੀਆਂ ਨਵੀਆਂ ਸਹੇਲੀਆਂ ਨਾਲ ਰੋਜ਼ ਕੈਫੇ ਜਾਂਦੀ। ਹੁਣ ਉਹ ਸ਼ਹਿਰ ਦੇ ਰੰਗ ਢੰਗ 'ਚ ਢਲਣ ਲੱਗੀ ਸੀ। ਮਣੀ ਨੂੰ ਵੀ ਕਾਲਜ ਤੋਂ ਛੁੱਟੀਆਂ ਹੋ ਗਈਆਂ ਸੀ। ਉਹ ਮਣੀ ਨਾਲ ਵੀ ਸ਼ਹਿਰ 'ਚ ਘੁੰਮਦੀ ਫਿਰਦੀ। ਉੱਧਰੋਂ ਰਾਣੋ ਨੂੰ ਵੀ ਇਹ ਗੱਲ ਤੰਗ ਕਰਦੀ ਕਿ ਕੀ ਫਾਇਦਾ ਹੋਇਆ ਨੀਤੂ ਦੇ ਜਾਣ ਦਾ, ਘਰ ਕੰਮ ਵੀ ਆਪ ਕਰਨੇ ਪੈਂਦੇ ਆ। ਰਾਣੀ ਨੇ ਜੀਤੀ ਨੂੰ ਫੋਨ ਕੀਤਾ ਤੇ ਹਾਲ ਚਾਲ ਪੁੱਛ ਕੇ ਕਿਹਾ ਤੂੰ ਭੈਣ ਕਦ ਦੱਸਿਆ ਹੀ ਨਹੀਂ, ਕੁੜੀ ਬਾਰੇ ਕੀ ਕਰਦੀ ਆ ਇਹ, ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਇਸ ਨੂੰ ਭੇਜ ਕੇ। ਜੀਤੀ ਨੇ ਨੀਤੂ ਨੂੰ ਵਾਪਸ ਨਹੀਂ ਭੇਜਣਾ ਚਾਹੁੰਦੀ ਸੀ। ਉਸਨੇ ਕਿਹਾ ਕੁੜੀ ਤਾਂ ਕੰਮ ਸੋਹਣਾ ਕਰਦੀ ਆ, ਮੈਂ ਭੇਜਦੀ ਆ ਪੈਸੇ ਇਹਦੇ ਹੱਕ ਦੇ, ਕੋਈ ਨਾ, ਪਰ ਇਸ ਨੂੰ ਇੱਥੇ ਹੀ ਰੱਖਣਾ ਹਜੇ ਤਾਂ। ਰਾਣੋ ਹੁਣ ਇਹ ਗੱਲ 'ਤੇ ਸਹਿਮਤ ਸੀ। 3 ਮਹੀਨੇ ਹੋ ਗਏ। ਰਾਣੋ ਦੇ ਬਾਪ ਨੇ ਕੁਝ ਦਿਨਾਂ ਬਾਅਦ ਹੀ ਕਲੇਸ਼ ਪਾ ਲੈਣਾ ਕਿ ਕੁੜੀ ਨੂੰ 1 ਮਹੀਨੇ ਵਾਸਤੇ ਭੇਜਿਆ ਸੀ, ਬੁਲਾ ਉਸ ਨੂੰ ਵਾਪਸ, ਫਾਹਾ ਵੱਢਣਾ ਤੋਰਨਾ ਕਿਤੇ, ਬੋਝ ਲਾਉਣਾ ਸਿਰ ਤੋਂ। ਪਰ ਰਾਣੋ ਨੂੰ ਪੈਸੇ ਆਉਂਦੇ ਸੀ ਬਿਨਾਂ ਕੁਝ ਕੀਤੇ, ਇਸ ਲਈ ਉਹ ਪਰਵਾਹ ਨਾ ਕਰਦੀ। ਪਰ ਨੀਤੂ ਦੇ ਦਿਲ 'ਚ ਇਹ ਗੱਲ ਹਜੇ ਵੀ ਘੁੰਮਦੀ ਸੀ ਕਿ ਪਿੰਡ ਜਾ ਕੇ ਉਸ ਨਾਲ ਕੀ ਹੋਣਾ। 14 ਫਰਵਰੀ ਵੈਲੈਂਟਾਈਨ ਡੇ ਉਹ ਆਪਣੀਆਂ ਸਹੇਲੀਆਂ ਨਾਲ ਕੈਫੇ 'ਚ ਬੈਠੀ ਸੀ। ਮੁੰਡਾ ਗੁਲਾਬ ਦੇ ਫੁੱਲਾਂ ਦਾ ਬੜਾ ਸੋਹਣਾ ਜਿਹਾ ਗੁਲਦਸਤਾ ਲੈ ਕੇ ਉਸਦੇ ਪੈਰਾਂ 'ਤੇ ਬੈਠ ਗਿਆ। ਕੈਫੇ 'ਚ ਮੌਜੂਦ ਹਰ ਕੋਈ ਨੀਤੂ ਵੱਲ ਦੇਖਣ ਲੱਗਿਆ ਤੇ ਜਦੋਂ ਉਸ ਮੁੰਡੇ ਨੇ ਆਪਣੇ ਚਿਹਰੇ ਤੋਂ ਫੁੱਲ ਹਟਾ ਕੇ ਨੀਤੂ ਵੱਲ ਦੇਖਿਆ ਤਾਂ ਨੀਤੂ ਨੇ ਜਿਵੇਂ ਹੀ ਉਸਦੇ ਸੋਹਣੇ ਚਿਹਰੇ 'ਤੇ ਆਪਣਾ ਦਿਲ ਲੁਟਾ ਦਿੱਤਾ। ਉਸਨੇ ਗੁਲਦਸਤਾ ਫੜ ਲਿਆ। ਉਹ ਮੁੰਡਾ ਨੀਤੂ ਦੇ ਸਾਹਮਣੇ ਖੜਾ ਹੋਇਆ ਤੇ ਬੋਲਿਆ ਮੈਂ ਹਰ ਰੋਜ਼ ਦੇਖਦਾ ਤੁਹਾਨੂੰ, ਉਸ ਦਿਨ ਤੋਂ ਜਦੋਂ ਤੁਸੀਂ ਪਹਿਲੀ ਵਾਰ ਕਿਸੇ ਦੋਸਤ ਨਾਲ ਆਏ ਸੀ ਤੇ ਮੈਨੂੰ ਫੋਟੋ ਖਿੱਚਣ ਲਈ ਕਿਹਾ ਸੀ, ਆਈ ਲਵ ਯੂ ਕਹਿ ਕੇ ਉਸਨੇ ਆਪਣਾ ਹੱਥ ਅੱਗੇ ਕੀਤਾ। ਨੀਤੂ ਕੁਝ ਵੀ ਨਾ ਬੋਲੀ ਤਾਂ ਉਸ ਮੁੰਡੇ ਨੇ ਹੱਥ ਪਿੱਛੇ ਕਰਦੇ ਹੋਏ ਕਿ ਕੋਈ ਗੱਲ ਨਹੀਂ, ਤੁਸੀਂ ਸੋਚਣ ਲਈ ਟਾਈਮ ਲੈ ਲਵੋ, ਮੇਰਾ ਨਾਮ ਅਰਮਾਨ ਆ ਤੇ ਮੈਂ ਰੋਜ਼ ਇੱਥੇ ਮਿਲ ਜਾਊਂ ਤੁਹਾਨੂੰ, ਜਦ ਮਰਜ਼ੀ ਜਵਾਬ ਦੇ ਦਿਓ ਕਹਿ ਕੇ ਉਹ ਚਲਾ ਗਿਆ। ਨੀਤੂ ਦੀਆਂ ਸਹੇਲੀਆਂ ਉਸ ਨੂੰ ਛੇੜਨ ਲੱਗੀਆਂ। ਨੀਤੂ ਨੂੰ ਵੀ ਚੰਗਾ ਜਿਹਾ ਲੱਗਾ ਰਿਹਾ ਸੀ। ਉਸਨੇ ਸਭ ਦੀ ਗੱਲ ਕੱਟਦਿਆਂ ਕਿਹਾ ਪ੍ਰੀਤੀ ਚੱਲ ਘਰ ਲੈ ਜਾ ਕੇ ਕੰਮ ਕਰਨਾ ਕਹਿੰਦੇ ਹੋਏ ਉਹ ਸਭ ਤੋਂ ਅੱਗੇ ਹੋ ਕੇ ਸ਼ਰਮਾਉਂਦੀ ਹੋਈ ਕੈਫੇ ਤੋਂ ਬਾਹਰ ਨਿਕਲ ਗਈ। ਫੁੱਲਾਂ ਨੂੰ ਉਸਨੇ ਮਣੀ ਦੇ ਕਮਰੇ 'ਚ ਸਜਾ ਲਿਆ। ਅਗਲੇ ਦਿਨ ਉਹ ਸਵੇਰੇ ਸੈਂਟਰ ਨਹੀਂ ਗਈ ਤੇ ਸਿੱਧਾ ਕੈਫੇ 'ਚ ਜਾ ਕੇ ਬੈਠ ਅਰਮਾਨ ਦਾ ਇੰਤਜ਼ਾਰ ਕਰਨ ਲੱਗੀ। ਅਰਮਾਨ ਨੂੰ ਜਿਵੇਂ ਪਤਾ ਹੀ ਸੀ ਆਵੇਗੀ, ਜ਼ਰੂਰ ਉਹ ਵੀ ਉੱਥੇ ਪਹੁੰਚ ਗਿਆ। ਨੀਤੂ ਨੂੰ ਸ਼ਰਮਾਉਂਦੇ ਦੇਖ ਉਸਨੇ ਨੀਤੂ ਦਾ ਹੱਥ ਫੜਦਿਆਂ ਕਿਹਾ ਮੈਂ ਬਹੁਤ ਖੁਸ਼ ਰੱਖੂੰ ਤੂੰ ਹਮੇਸ਼ਾ ਤੈਨੂੰ, ਤੇ ਇੱਕ ਡਾਇਮੰਡ ਰਿੰਗ ਉਸ ਦੀ ਉਂਗਲ 'ਚ ਪਾ ਕੇ ਉਸ ਦਾ ਹੱਥ ਚੁੰਮ ਲਿਆ। ਨੀਤੂ ਨੇ ਉਸ ਵੱਲ ਵੇਖਿਆ ਤੇ ਕਿਹਾ ਤੁਸੀਂ ਬਹੁਤ ਚੰਗੇ ਹੋ। ਪਰ ਅਰਮਾਨ ਬੋਲਿਆ ਪਰ ਕੀ ਭਰੋਸਾ ਨਹੀਂ ਆ? ਜੇ ਨਹੀਂ ਆ ਭਰੋਸਾ ਤਾਂ ਵੀ ਮੈਂ ਦੱਸ ਦੇਵੋ, ਮੈਂ ਨਹੀਂ ਆਊਂ ਸਾਹਮਣੇ ਤੁਹਾਡੇ। ਨੀਤੂ ਨੇ ਕਿਹਾ ਨਹੀਂ ਇਹ ਗੱਲ ਨਹੀਂ ਆ, ਪਰ ਕੀ ਇਹ ਰਿਸ਼ਤੇ ਦੀ ਕੋਈ ਮੰਜ਼ਿਲ ਹੋਵੇਗੀ? ਮੈਂ ਇਹ ਸੋਚ ਕੇ ਪਰੇਸ਼ਾਨ ਆ, ਮੈਨੂੰ ਵੀ ਪਸੰਦ ਹੋ ਤੁਸੀਂ। ਇੰਨਾ ਸੁਣਦੇ ਅਰਮਾਨ ਨੇ ਕਿਹਾ ਬਸ ਫਿਰ ਗੱਲ ਖਤਮ, ਹੁਣ ਕੁਝ ਨਾ ਬੋਲੋ, ਸਭ ਸਹੀ ਹੋ ਜੂ, ਚਲੋ ਕਿਤੇ ਹੋਰ ਚੱਲ ਕੇ ਘੁੰਮਦੇ ਆ। ਨੀਤੂ ਵੀ ਬਿਨਾਂ ਕੁਝ ਸੋਚੇ ਉੱਠ ਉਸ ਨਾਲ ਚੱਲ ਪਈ। ਰਵਨੀਤ ਜਾਣੀ ਕਿ ਨੀਤੂ ਅਰਮਾਨ ਨਾਲ ਬੇਫਿਕਰ ਹੋਈ ਘੁੰਮਦੀ ਰਹੀ ਤੇ 3 ਵਜੇ ਅਰਮਾਨ ਉਸ ਨੂੰ ਘਰ ਛੱਡ ਗਿਆ। ਉਹ ਦੋਵੇਂ ਹਰ ਰੋਜ਼ ਹੀ ਕੈਫੇ 'ਤੇ ਮਿਲਦੇ। ਫੋਨ 'ਤੇ ਉਹਨਾਂ ਦੀ ਗੱਲ ਬਹੁਤ ਘੱਟ ਹੁੰਦੀ ਸੀ, ਪਰ ਜਦ ਕਦੇ ਉਹਨਾਂ ਦੀ ਮੁਲਾਕਾਤ ਹੁੰਦੀ ਅਰਮਾਨ ਉਸ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੰਦਾ। ਦਿਨਾਂ ਵਿੱਚ ਹੀ ਰਵਨੀਤ ਦਾ ਅਰਮਾਨ ਲਈ ਪਿਆਰ ਸਿਖਰਾਂ 'ਤੇ ਪਹੁੰਚ ਗਿਆ। ਅਰਮਾਨ ਉਸ ਦੇ ਕਰੀਬ ਤਾਂ ਹੋ ਜਾਂਦਾ, ਪਰ ਰਵਨੀਤ ਨੂੰ ਬੁਰਾ ਲੱਗੇ ਅਜਿਹੀ ਕੋਈ ਹਰਕਤ ਉਸਨੇ ਨਹੀਂ ਕੀਤੀ ਸੀ। ਰਵਨੀਤ ਦਿਨੋਂ ਦਿਨ ਨਿੱਖਰ ਰਹੀ ਸੀ। ਉਹ ਸੋਚਦੀ ਕਿ ਉਸਦੇ ਸਾਰੇ ਦੁੱਖ ਹੁਣ ਅਰਮਾਨ ਦੇ ਆਉਣ 'ਤੇ ਖਤਮ ਹੋ ਜਾਣਗੇ। ਹਜੇ ਉਹਨਾਂ ਨੂੰ ਮਿਲਿਆ ਮਹੀਨਾ ਹੋਇਆ ਸੀ। ਇੱਕ ਦਿਨ ਅਰਮਾਨ ਰਵਨੀਤ ਦੇ ਬਹੁਤਾ ਕਰੀਬ ਹੋ ਗਿਆ।
ਰਵਨੀਤ ਵੀ ਜਿਵੇਂ ਉਸਦੇ ਪਿਆਰ 'ਚ ਬਹਿਕ ਰਹੀ ਸੀ, ਪਰ ਉਸਨੂੰ ਅਚਾਨਕ ਮਣੀ ਦੀ ਦੋਸਤ ਰੀਆ ਨਾਲ ਜੋ ਹੋਇਆ ਸੀ ਉਸਦਾ ਚੇਤਾ ਆਇਆ ਤੇ ਉਸਨੇ ਪਿਆਰ ਨਾਲ ਹੀ ਅਰਮਾਨ ਨੂੰ ਆਪਣੇ ਤੋਂ ਦੂਰ ਕਰਦਿਆਂ ਕਿਹਾ, ਅਰਮਾਨ, ਕੀ ਆਪਾਂ ਹਮੇਸ਼ਾ ਇਕੱਠੇ ਹੋਵਾਂਗੇ? ਅਰਮਾਨ ਨੇ ਉਸਨੂੰ ਆਪਣੀਆਂ ਬਾਹਾਂ 'ਚ ਲੈਂਦੇ ਹੋਏ ਕਿਹਾ, ਐਵੇਂ ਕਿਵੇਂ ਛੱਡ ਸਕਦਾ ਮੈਂ, ਰਹਾਂਗੇ ਇਕੱਠੇ। ਰਵਨੀਤ ਨੇ ਇੰਨਾ ਸੁਣ ਬੇਫਿਕਰ ਜਿਹੀ ਹੋ ਕੇ ਅਰਮਾਨ ਦੇ ਗਲ ਲੱਗ ਅੱਖਾਂ ਬੰਦ ਕਰ ਲਈਆਂ। ਉਸ ਦਿਨ ਦੇ ਬਾਅਦ ਨੀਤੂ ਅਰਮਾਨ ਨੂੰ ਇਕੱਲੀ ਕਿਤੇ ਨਾ ਮਿਲੀ। ਕੁਝ ਦਿਨ ਬਾਅਦ ਐਤਵਾਰ ਦਿਨ ਜੀਤੀ ਨੂੰ ਰਾਣੋ ਨੇ ਫੋਨ ਕੀਤਾ। ਗੱਲਬਾਤ ਦੇ ਬਾਅਦ ਕੋਲ ਬੈਠੇ ਗਿੰਦੀ ਨੇ ਪੁੱਛਿਆ, ਕੀ ਕਹਿੰਦੇ ਆ ਮਾਸੀ? ਜੀਤੀ ਨੇ ਦੱਸਿਆ ਕਿ ਨੀਤੂ ਦਾ ਪਿਓ ਕਹਿੰਦਾ ਕੁੜੀ ਨੂੰ ਭੇਜ ਦਿਓ, ਇਹਦਾ ਵਿਆਹ ਕਰਨਾ। ਇਹ ਗੱਲ ਸੁਣਦੇ ਹੀ ਰਵਨੀਤ ਨੂੰ ਆਪਣੇ ਪਿਓ ਦਾ ਕਿਹਾ ਯਾਦ ਆ ਗਿਆ। ਉਹ ਉਸਦੇ ਵਿਆਹ 'ਤੇ ਕੋਈ ਖਰਚ ਨਹੀਂ ਸੀ ਕਰ ਸਕਦਾ, ਸਗੋਂ ਕਿਤੇ ਵੇਚ ਦੇਵੇਗਾ। ਗਿੰਦੀ ਦਾ ਫੱਕਰ ਸੁਭਾਅ ਸੀ, ਉਸਨੇ ਕੋਈ ਬਹੁਤੀ ਚਿੰਤਾ ਨਹੀਂ ਕੀਤੀ ਤੇ ਰਵਨੀਤ ਨੂੰ ਵੀ ਕਿਹਾ ਕਿ ਕੁਝ ਨਹੀਂ ਹੁੰਦਾ, ਫਿਕਰ ਨਾ ਕਰ। ਅਗਲੇ ਦਿਨ ਰਵਨੀਤ ਨੇ ਇਸ ਬਾਰੇ ਅਰਮਾਨ ਨਾਲ ਗੱਲ ਕੀਤੀ, ਪਰ ਅਰਮਾਨ ਬੜੇ ਆਰਾਮ ਨਾਲ ਉਸਨੂੰ ਸੁਣ ਰਿਹਾ ਸੀ ਤੇ ਹੂੰ ਕਰਦਾ ਉਸਦਾ ਹੱਥ ਆਪਣੇ ਹੱਥ 'ਚ ਫੜ ਕੇ ਉਸਦੇ ਹੱਥਾਂ ਤੇ ਬਾਹਾਂ ਨੂੰ ਸਹਿਲਾ ਰਿਹਾ ਸੀ। ਰਵਨੀਤ ਆਪਣੇ ਹੱਥ ਪਿੱਛੇ ਕਰਦੀ ਹੋਈ ਗੁੱਸੇ 'ਚ ਬੋਲੀ, ਤੁਸੀਂ ਮੇਰੀ ਗੱਲ ਸੁਣਦੇ ਵੀ ਹੋ? ਮੈਂ ਕੀ ਕਹਿ ਰਹੀ ਹਾਂ? ਅਰਮਾਨ ਨੇ ਫਿਰ ਉਸਦੇ ਹੱਥ ਆਪਣੇ ਹੱਥ 'ਚ ਲਏ ਤੇ ਕਿਹਾ, ਚੱਲ ਹੁਣ ਤੂੰ ਹੁਣੇ ਕੋਰਟ ਮੈਰਿਜ ਕਰਵਾ ਲੈਂਦੇ ਆ, ਉੱਠ ਖੜ, ਸੱਚ ਕਹਿ ਰਿਹਾ, ਮਜ਼ਾਕ ਨਹੀਂ ਕਰਦਾ। ਰਵਨੀਤ ਨੇ ਝਾਟੀ ਹਾਂ ਕਰ ਦਿੱਤੀ ਤੇ ਕਿਹਾ, ਅੱਜ ਨਹੀਂ ਕੱਲ੍ਹ ਨੂੰ ਤਿਆਰੀ ਕਰ ਲਿਓ, ਮੈਂ ਤਿਆਰ ਹੋ ਕੇ ਇੱਥੇ ਕੈਫੇ 'ਚ 10 ਵਜੇ ਸਵੇਰੇ ਇੰਤਜ਼ਾਰ ਕਰਾਂਗੀ। ਅਗਲੀ ਸਵੇਰ ਗਿੰਦੀ ਰਵਨੀਤ ਨੂੰ ਸੈਂਟਰ ਕੋਲ ਉਤਾਰ ਕੇ ਆਫਿਸ ਚਲਾ ਗਿਆ। ਉਹ ਕੈਫੇ 'ਚ ਬੈਠੀ ਅਰਮਾਨ ਦਾ ਇੰਤਜ਼ਾਰ ਕਰ ਰਹੀ ਸੀ। ਅਰਮਾਨ ਨੂੰ ਆਉਂਦਾ ਵੇਖ ਉਸਦੀ ਰੂਹ ਖਿੜ ਗਈ। ਅਰਮਾਨ ਆਉਂਦਾ ਹੀ ਉਸਨੂੰ ਇੱਕ ਪਾਰਲਰ 'ਚ ਤਿਆਰ ਹੋਣ ਲਈ ਲੈ ਗਿਆ। ਨਵੀਂ ਵਿਆਹੀ ਕੁੜੀ ਵਰਗਾ ਮੇਕਅਪ, ਲਾਲ ਚੂੜੀਆਂ ਤੇ ਹੋਰ ਗਹਿਣੇ ਪਾ ਕੇ ਉਹ ਤਿਆਰ ਹੋਈ ਤੇ ਉਸਨੇ ਸੂਟ ਵੀ ਬਦਲ ਲਿਆ। ਲਾਲ ਕਢਾਈ ਵਾਲਾ ਸੂਟ ਤੇ ਭਾਰੀ ਫੁਲਕਾਰੀ ਨਾਲ ਉਹਦਾ ਰੰਗ ਰੂਪ ਬਿਲਕੁਲ ਬਦਲ ਗਿਆ। 11 ਵਜੇ ਉਹ ਕੋਰਟ ਪਹੁੰਚੇ। ਘੰਟੇ ਵਿੱਚ ਉਹ ਕਾਨੂੰਨੀ ਰੂਪ 'ਚ ਇੱਕ ਦੂਜੇ ਦੇ ਪਤੀ ਪਤਨੀ ਹੋ ਗਏ। ਅਰਮਾਨ ਉਸਨੂੰ ਉੱਥੇ ਹੀ ਇੱਕ ਹੋਟਲ 'ਚ ਲੈ ਗਿਆ। ਨਵੇਂ ਵਿਆਹੇ ਜੋੜੇ ਲਈ ਕਮਰਾ ਸਜਾਇਆ ਪਿਆ ਸੀ। ਰਵਨੀਤ ਨੂੰ ਅੱਜ ਅਰਮਾਨ ਦਾ ਆਪਣੇ ਕਰੀਬ ਆਉਣਾ ਬੁਰਾ ਨਾ ਲੱਗਿਆ। ਉਸਨੇ ਆਪਣਾ ਆਪ ਅਰਮਾਨ ਨੂੰ ਸਮਰਪਿਤ ਕਰ ਦਿੱਤਾ। ਹੁਣ ਪਿਆਰ ਦਾ ਨਵਾਂ ਸਿਖਰਾਂ 'ਤੇ ਸੀ। ਰਵਨੀਤ ਬੇਫਿਕਰ ਹੋਈ, ਇਸੇ ਨਸ਼ੇ ਦਾ ਆਨੰਦ ਲੈ ਰਹੀ ਸੀ। ਉਸਨੂੰ ਕੁਝ ਵੀ ਯਾਦ ਨਹੀਂ ਸੀ। ਗਿੰਦੀ ਉਸ ਲਈ ਬਹੁਤ ਪਰੇਸ਼ਾਨ ਸੀ ਕਿ ਉਹ ਘਰ ਕਿਉਂ ਨਹੀਂ ਆਈ। ਉਸਨੇ ਕਿਸੇ ਸਹੇਲੀ ਨੂੰ ਵੀ ਕੁਝ ਨਹੀਂ ਸੀ ਦੱਸਿਆ। ਉਸਦਾ ਫੋਨ ਵੀ ਬੰਦ ਸੀ। ਗਿੰਦੀ ਉਸਨੂੰ ਸਿਲਾਈ ਸੈਂਟਰ 'ਚ ਕੋਰਸ ਕਰਵਾ ਰਿਹਾ ਸੀ। ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਸੀ। ਉਹ ਆਪਣੇ ਆਪ ਨੂੰ ਕੋਸ ਰਿਹਾ ਸੀ। ਰਾਤ ਹੋਈ ਤੇ ਰਵਨੀਤ ਦੀ ਅੱਖ ਖੁੱਲ੍ਹੀ। ਅਰਮਾਨ ਨੂੰ ਆਪਣੇ ਕੋਲ ਨਾ ਦੇਖ ਕੇ ਉਹ ਹੈਰਾਨ ਪਰੇਸ਼ਾਨ ਹੋ ਗਈ ਤੇ ਬਿਸਤਰ 'ਤੇ ਬੈਠੀ ਰੋਣ ਲੱਗੀ। ਅਰਮਾਨ ਬਾਥਰੂਮ 'ਚੋਂ ਨਿਕਲਦਾ ਹੋਇਆ ਬੋਲਿਆ, ਕੀ ਹੋ ਗਿਆ? ਅਰਮਾਨ ਨੂੰ ਦੇਖਦੇ ਹੀ ਉਸਦੇ ਸਾਹ 'ਚ ਸਾਹ ਆਇਆ ਤੇ ਉਹ ਉਸਦੇ ਗਲ ਲੱਗ ਗਈ। ਉਸਨੂੰ ਹਜੇ ਵੀ ਗਿੰਦੀ ਦਾ ਕੋਈ ਖਿਆਲ ਨਹੀਂ ਆਇਆ। ਰਾਤ ਵੀ ਉਹਨਾਂ ਨੇ ਹੋਟਲ 'ਚ ਬਿਤਾਈ। ਅਗਲੀ ਸਵੇਰ ਉਸਨੂੰ ਗਿੰਦੀ ਦਾ ਚੇਤਾ ਆਇਆ। ਉਹਨੇ ਅਰਮਾਨ ਨਾਲ ਗੱਲ ਕੀਤੀ ਤਾਂ ਅਰਮਾਨ ਨੇ ਕਿਹਾ ਕਿ ਉਹ ਪਹਿਲਾਂ ਆਪਣੇ ਘਰ ਚੱਲੇ, ਗਿੰਦੀ ਨੂੰ ਘਰ ਬੁਲਾ ਕੇ ਆਰਾਮ ਨਾਲ ਗੱਲ ਕਰ ਲਵਾਂਗੇ। ਰਵਨੀਤ ਜਦ ਅਰਮਾਨ ਨਾਲ ਉਸਦੇ ਘਰ ਪਹੁੰਚੀ ਤਾਂ ਦੇਖ ਕੇ ਹੈਰਾਨ ਰਹਿ ਗਈ। ਮਹਿਲ ਵਰਗਾ ਘਰ, ਨੌਕਰ, ਗੱਡੀਆਂ, ਮਹਿੰਗੀ ਕੀਮਤੀ ਸਜਾਵਟ। ਉਸਦਾ ਆਪਣਾ ਕਮਰਾ ਵੀ ਬਹੁਤ ਆਲੀਸ਼ਾਨ ਸੀ। ਅਰਮਾਨ ਨੇ ਗਿੰਦੀ ਨੂੰ ਬੁਲਾ ਲਿਆ ਤੇ ਰਵਨੀਤ ਨੂੰ ਤਿਆਰ ਹੋਣ ਲਈ ਕਿਹਾ। ਗਿੰਦੀ ਉੱਥੇ ਆਇਆ ਤਾਂ ਅਰਮਾਨ ਨੇ ਉਸਨੂੰ ਗਲ ਨਾਲ ਲਾ ਲਿਆ ਤੇ ਕਿਹਾ, ਆਓ ਸਾਲੇ ਸਾਹਿਬ ਬੈਠੋ, ਤੁਹਾਡਾ ਹੀ ਘਰ ਆ, ਤੇ ਰਵਨੀਤ ਨੂੰ ਵੀ ਬੁਲਾ ਲਿਆ। ਉਸਨੂੰ ਦੇਖ ਗਿੰਦੀ ਨੇ ਗੁੱਸਾ ਵੀ ਕੀਤਾ ਤੇ ਸੁੱਖ ਦਾ ਸਾਹ ਵੀ ਲਿਆ। ਗਿੰਦੀ ਅਰਮਾਨ ਨਾਲ ਗੱਲ ਕਰਨ ਲੱਗਾ। ਗਿੰਦੀ, ਅੱਛਾ, ਘਰ ਹੋਰ ਕੌਣ ਆ? ਮੰਮੀ ਡੈਡੀ, ਭਾਈ ਭੈਣ ਕੋਈ? ਅਰਮਾਨ, ਮੰਮੀ ਡੈਡੀ ਅਮਰੀਕਾ ਰਹਿੰਦੇ ਆ, ਭੈਣ ਭਾਈ ਨਹੀਂ ਆ, ਕੋਈ ਇਕਲੌਤਾ ਹੀ ਆ। ਗਿੰਦੀ, ਅੱਛਾ, ਫਿਰ ਉਹਨਾਂ ਨੂੰ ਪਤਾ ਤਾਂ ਹੋਣਾ ਹੀ ਆ ਤੁਹਾਡੇ ਵਿਆਹ ਦਾ? ਅਰਮਾਨ, ਨਹੀਂ, ਹਜੇ ਨਹੀਂ ਪਤਾ, ਉਹ ਬਹੁਤ ਬਿਜ਼ੀ ਰਹਿੰਦੇ ਆ, ਗੱਲ ਹੀ ਨਹੀਂ ਹੋਈ, ਪਰ ਅੱਜ ਕੱਲ੍ਹ 'ਚ ਦੱਸ ਦੇਵਾਂਗਾ ਕੋਈ ਨਾ। ਗਿੰਦੀ, ਅੱਛਾ, ਅਜੀਬ ਗੱਲ ਆ ਵੈਸੇ, ਪਰ ਚਲੋ ਕੋਈ ਨਾ। ਕੰਮ ਕੀ ਕਰਦੇ ਹੋ ਤੁਸੀਂ? ਅਰਮਾਨ ਹੱਸਦਾ ਹੋਇਆ ਬੋਲਿਆ, ਕੰਮ? ਮੈਂ ਕੰਮ ਨਹੀਂ, ਕੁਝ ਲੋੜ ਹੀ ਨਹੀਂ ਪਈ ਮੈਨੂੰ ਕੁਝ ਕਰਨ ਦੀ। ਪਾਪਾ ਭੇਜਦੇ ਆ ਪੈਸੇ ਜਿੰਨੇ ਮੰਗੋ, ਇਸ ਲਈ ਮੈਂ ਕੋਈ ਕੰਮ ਹੀ ਨਹੀਂ ਕਰਦਾ। ਰਵਨੀਤ ਨੇ ਹੁਣ ਤੱਕ ਇਹ ਗੱਲਾਂ ਅਰਮਾਨ ਨੂੰ ਪੁੱਛੀਆਂ ਹੀ ਨਹੀਂ ਸੀ, ਪਰ ਉਹ ਫਿਰ ਵੀ ਸਹਿਮਤ ਹੋ ਗਈ। ਗਿੰਦੀ ਵੀ ਉਸ ਨੂੰ ਖੁਸ਼ ਦੇਖ ਕੇ ਖੁਸ਼ ਸੀ। ਕੁਝ ਸਮਾਂ ਗੱਲਾਂ ਬਾਤਾਂ ਕਰਕੇ ਉਹ ਚਲਾ ਗਿਆ। ਗਿੰਦੀ ਨੂੰ ਬੁਰਾ ਵੀ ਬਹੁਤ ਲੱਗਿਆ ਸੀ ਕਿ ਉਸਨੇ ਐਡੀ ਵੱਡੀ ਗੱਲ ਉਸ ਨੂੰ ਨਹੀਂ ਦੱਸੀ। ਉੱਧਰ ਜੀਤੀ ਨੂੰ ਇਹ ਪਤਾ ਲੱਗਿਆ ਕਿ ਗਿੰਦੀ ਕਾਰਨ ਨੀਤੂ ਘਰ ਤੋਂ ਬਾਹਰ ਜਾਣ ਲੱਗੀ ਸੀ ਤਾਂ ਉਹ ਗਿੰਦੀ ਨੂੰ ਬੁਰਾ ਭਲਾ ਬੋਲਦੀ ਰਹਿੰਦੀ, ਪਰ ਇਹ ਗੱਲ ਉਸਨੇ ਰਾਣੋ ਤੇ ਬੰਤੇ ਨੂੰ ਨਾ ਦੱਸੀ। ਉਸਨੇ ਇਹੀ ਕਿਹਾ ਕਿ ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ। ਜੀਤੀ ਨੇ ਗਿੰਦੀ ਨੂੰ ਕਿਹਾ ਕਿ ਉਹ ਕਦੇ ਨੀਤੂ ਨੂੰ ਨਹੀਂ ਮਿਲੇਗਾ। ਉਹ ਮਿਹਣਾ ਮਾਰਦੀ ਕਿ ਉਹ ਕੁੜੀ ਤੈਨੂੰ ਕੁਝ ਨਹੀਂ ਸਮਝਦੀ ਸੀ, ਜੇ ਸਮਝਦੀ ਤਾਂ ਤੈਨੂੰ ਦੱਸਦੀ ਨਾ। ਪਰ ਗਿੰਦੀ ਸਭ ਕੁਝ ਅਣਸੁਣਿਆ ਕਰ ਦਿੰਦਾ। ਉਸ ਨੂੰ ਬੁਰਾ ਤਾਂ ਲੱਗਦਾ ਪਰ ਉਹ ਕੁਝ ਨਾ ਕਹਿੰਦਾ।
ਰਵਨੀਤ ਖੁਸ਼ ਸੀ। ਅਰਮਾਨ ਨਾਲ ਉਸਦਾ ਵਿਆਹ ਹੋ ਗਿਆ। ਹੁਣ ਉਸਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਸੀ। ਅਰਮਾਨ ਹਰ ਵਕਤ ਉਸਦੇ ਕਰੀਬ ਹੀ ਰਹਿੰਦਾ। ਨੀਤੂ ਅਰਮਾਨ ਦਾ ਆਪਣੇ ਆਪ 'ਤੇ ਹੱਕ ਸਮਝਦੀ। ਹਰ ਰੋਜ਼ ਹਰ ਵਕਤ ਅਰਮਾਨ ਨੀਤੂ ਦੇ ਜਿਸਮ ਨਾਲ ਜੁੜਿਆ ਰਹਿੰਦਾ। ਨੀਤੂ ਨੂੰ ਵੀ ਕੋਈ ਕੰਮ ਨਾ ਕਰਨਾ ਪੈਂਦਾ। ਉਹ ਹਰ ਪਲ ਅਰਮਾਨ ਦੇ ਸਾਹਮਣੇ ਰਹਿੰਦੀ। ਕੁਝ ਦਿਨ ਬਾਅਦ ਜਦ ਨੀਤੂ ਨੇ ਅਰਮਾਨ ਨੂੰ ਪੁੱਛਿਆ ਕਿ ਕੀ ਉਸਨੇ ਆਪਣੇ ਮਾਤਾ ਪਿਤਾ ਨਾਲ ਗੱਲ ਕਰ ਲਈ, ਅਰਮਾਨ ਨੇ ਕਿਹਾ ਹੁਣ ਲੈ ਤਾਂ ਆਇਆ ਘਰ ਤੈਨੂੰ, ਉਸ ਨੂੰ ਵੀ ਲੱਗ ਜਾਣਾ ਪਤਾ ਕੋਈ ਨਾ। ਰਵਨੀਤ ਨੇ ਥੋੜਾ ਗੁੱਸੇ 'ਚ ਕਿਹਾ ਦੱਸੋ, ਉਹਨਾਂ ਨੂੰ ਤਾਂ ਹੀ ਲੱਗੂ ਪਤਾ। ਅਰਮਾਨ ਬਿਨਾਂ ਮਤਲਬ ਦਾ ਗੁੱਸਾ ਦਿਖਾਉਂਦੇ ਹੋਏ ਕਮਰੇ 'ਚੋਂ ਚਲਾ ਗਿਆ ਤੇ ਪਿੱਛੋਂ ਰਵਨੀਤ ਕਈ ਸਵਾਲਾਂ 'ਚ ਉਲਝ ਕੇ ਰਹਿ ਗਈ। ਦਿਨ ਨਿਕਲਦੇ ਗਏ। ਰਵਨੀਤ ਉਸ ਵੱਡੇ ਸਾਰੇ ਮਹਿਲ 'ਚ ਸਾਰਾ ਦਿਨ ਕੈਦ ਜਿਹੀ ਰਹਿੰਦੀ। ਅਰਮਾਨ ਨਾਲ ਰਹਿੰਦਿਆਂ ਹੁਣ ਉਸ ਨੂੰ ਅਰਮਾਨ ਦੇ ਅਸਲੀ ਰੰਗ ਢੰਗ ਦਿਖਣ ਲੱਗੇ। ਉਹ ਅਮੀਰ ਘਰ ਦਾ ਵਿਗੜਿਆ ਹੋਇਆ ਮੁੰਡਾ ਸੀ। ਰਵਨੀਤ ਨੂੰ ਉਸ ਦਾ ਪਿਆਰ ਲੋੜ 'ਚ ਬਦਲਦਾ ਨਜ਼ਰ ਆ ਰਿਹਾ ਸੀ। ਰਵਨੀਤ ਨਾਲ ਅਰਮਾਨ ਦਾ ਇੱਕ ਜ਼ਬਰਦਸਤੀ ਦਾ ਰਿਸ਼ਤਾ ਸੀ। ਉਸ ਨੂੰ ਇੰਝ ਲੱਗਦਾ ਜਿਵੇਂ ਅਰਮਾਨ ਲਈ ਉਹ ਕੋਈ ਖਿਡੌਣਾ ਜਾਂ ਚੀਜ਼ ਆ ਜਿਸ ਨਾਲ ਖੇਡ ਕੇ ਅਰਮਾਨ ਆਪਣਾ ਦਿਲ ਬਹਿਲਾ ਲੈਂਦਾ, ਜਾਂ ਕੋਈ ਚੀਜ਼ ਜੋ ਉਸ ਦੀ ਲੋੜ ਪੂਰੀ ਕਰਦੀ ਆ। ਰਵਨੀਤ ਦੇ ਸੋਹਣੇ ਜਿਸਮ 'ਤੇ ਕਈ ਨਿਸ਼ਾਨ ਪੈ ਗਏ। ਅਰਮਾਨ ਉਸ ਨਾਲ ਜ਼ਬਰਦਸਤੀ ਕਰਦਾ, ਬਹੁਤ ਵਾਰ ਹੱਥ ਚੁੱਕਦਾ। ਰਵਨੀਤ ਨੂੰ ਅਹਿਸਾਸ ਹੋਇਆ ਕਿ ਇੱਕ ਨਰਕ 'ਚੋਂ ਨਿਕਲ ਕੇ ਦੂਜੇ ਨਰਕ 'ਚ ਆ ਗਈ। ਪਿੱਛੇ ਮੁੜ ਕੇ ਵੀ ਉਹ ਕਿਸ ਕੋਲ ਜਾਵੇ। ਗਿੰਦੀ ਨੂੰ ਵੀ ਕੁਝ ਨਾ ਦੱਸ ਕੇ ਉਸਨੇ ਬਹੁਤ ਦੁੱਖ ਦਿੱਤਾ ਸੀ। ਕਿਸ ਮੂੰਹ ਨਾਲ ਤੇ ਕੀ ਗੱਲ ਕਰੇ ਉਹ ਗਿੰਦੀ ਨਾਲ। ਉਸਨੇ ਵਿਆਹ ਨੂੰ ਕਰੀਬ 1 ਮਹੀਨਾ ਹੋ ਗਿਆ ਤੇ ਉਹ ਮਾਂ ਬਣਨ ਵਾਲੀ ਸੀ। ਉਸਨੇ ਅਰਮਾਨ ਨੂੰ ਇਸ ਬਾਰੇ ਖੁਸ਼ ਹੋ ਕੇ ਦੱਸਿਆ, ਪਰ ਅਰਮਾਨ ਨੇ ਇਸ ਗੱਲ 'ਤੇ ਬਹੁਤ ਗੁੱਸਾ ਕੀਤਾ ਤੇ ਕਿਹਾ ਜਵਾਕ ਕੀ ਕਰਨਾ, ਮੈਨੂੰ ਨਹੀਂ ਚਾਹੀਦਾ, ਕੱਲ੍ਹ ਨੂੰ ਜਾ ਕੇ ਮੁਕਾ ਇਹਨੂੰ, ਮੈਨੂੰ ਨਹੀਂ ਪਤਾ ਕੁਝ। ਉਸ ਰਾਤ ਦੋਵਾਂ 'ਚ ਬਹੁਤ ਝਗੜਾ ਹੋਇਆ ਤੇ ਅਰਮਾਨ ਨੇ ਰਵਨੀਤ ਨੂੰ ਕੁੱਟਿਆ ਵੀ। ਅਗਲੇ ਦਿਨ ਜ਼ਬਰਦਸਤੀ ਅਰਮਾਨ ਨੇ ਉਸ ਦਾ ਅਬੋਰਸ਼ਨ ਕਰਵਾ ਦਿੱਤਾ। ਰਵਨੀਤ ਹੁਣ ਹਰ ਵਕਤ ਦੁਖੀ ਰਹਿੰਦੀ ਤੇ ਰੋਂਦੀ ਰਹਿੰਦੀ। ਉਹ ਸੋਚਦੀ ਕਿ ਅਰਮਾਨ ਉਸ ਨੂੰ ਵਿਆਹ ਕੇ ਲਿਆਇਆ ਹੈ। ਉਹ ਕੁਝ ਕਹਿ ਕਰ ਵੀ ਨਹੀਂ ਸਕਦੀ। ਉਸ ਨੂੰ ਮਣੀ ਦੀ ਦੋਸਤ ਰੀਆ ਦਾ ਹਾਲ ਯਾਦ ਆਇਆ ਤੇ ਉਹ ਰੋਣ ਲੱਗ ਗਈ। ਉਹ ਸਮਝਦੀ ਸੀ ਕਿ ਵਿਆਹ ਤੋਂ ਪਹਿਲਾਂ ਜਿਸਮ ਦੀ ਚਾਹ ਰੱਖਣ ਵਾਲਾ ਸੱਚਾ ਪਿਆਰ ਨਹੀਂ ਕਰ ਸਕਦਾ, ਪਰ ਉਹਦਾ ਵਿਆਹ ਦੇ ਬਾਅਦ ਵੀ ਬਹੁਤ ਕੁਝ ਸਹਿ ਰਹੀ ਸੀ। ਉਸ ਨੂੰ ਇੰਝ ਲੱਗਦਾ ਜਿਵੇਂ ਇਹ ਮਹਿਲ, ਮਹਿੰਗੇ ਕੱਪੜੇ, ਮਹਿੰਗੇ ਗਹਿਣੇ ਦੇ ਕੇ ਅਰਮਾਨ ਨੇ ਉਸ ਨੂੰ ਖਰੀਦ ਲਿਆ ਹੋਵੇ। ਅਰਮਾਨ ਉਸ ਕੋਲ ਆਉਂਦਾ, ਉਸ ਦਾ ਜਿਸਮ ਨੋਚ ਕੇ ਆਪਣੀ ਹਵਸ ਸ਼ਾਂਤ ਕਰਦਾ ਤੇ ਚਲਾ ਜਾਂਦਾ। ਘਰ ਵਿੱਚ ਜ਼ਰੂਰਤ ਦਾ ਹਰ ਸਮਾਨ ਅਰਮਾਨ ਰਵਨੀਤ ਨੇ ਲੈ ਕੇ ਆਉਂਦਾ ਸੀ। ਰਵਨੀਤ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਉਹ ਇੱਕ ਸੋਨੇ ਦੇ ਪਿੰਜਰੇ 'ਚ ਕੈਦ ਸੀ। ਉਹ ਸੋਚਦੀ ਜੇ ਵਾਪਸ ਗਈ ਤਾਂ ਜੀਤੀ ਨੇ ਉਸ ਨੂੰ ਪਿੰਡ ਭੇਜ ਦੇਣਾ। ਪਿੰਡ 'ਚ ਉਸ ਦੇ ਪਿਓ ਨੇ ਵੀ ਉਸ ਨੂੰ ਮਾਰ ਦੇਣਾ ਜਾਂ ਕਿਤੇ ਵੇਚ ਦੇਣਾ। 6 ਮਹੀਨੇ ਬੀਤ ਗਏ। ਰਵਨੀਤ ਨੂੰ ਉਸ ਮਹਿਲ 'ਚ ਕੈਦ ਹੋਈ। ਇੱਕ ਅਬੋਰਸ਼ਨ ਤੇ ਇੱਕ ਮਿਸਗੈਰੇਜ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ। ਉਸ ਦੇ ਸਰੀਰ ਨੂੰ ਬਹੁਤ ਨਿਸ਼ਾਨ ਸੀ ਜਿਨ੍ਹਾਂ ਨੂੰ ਉਹ ਮਹਿੰਗੇ ਕੱਪੜੇ, ਗਹਿਣਿਆਂ ਤੇ ਮੇਕਅਪ ਦੇ ਨੀਚੇ ਛੁਪਾ ਲੈਂਦੀ। ਗਿੰਦੀ ਰੱਖੜੀਆਂ ਦੇ ਦਿਨ ਨੇੜੇ ਆਉਣ 'ਤੇ ਉਸ ਨੂੰ ਮਿਲਣ ਉਸ ਦੇ ਘਰ ਪਹੁੰਚ ਗਿਆ। 6 ਮਹੀਨੇ ਬਾਅਦ ਅੱਜ ਉਹ ਰਵਨੀਤ ਨੂੰ ਮਿਲਣ ਆਇਆ ਸੀ। ਰਵਨੀਤ ਨੂੰ ਉਸ ਦਾ ਨੌਕਰ ਕਮਰੇ 'ਚ ਕਹਿ ਕੇ ਆਇਆ ਕਿ ਕੋਈ ਮਿਲਣ ਆਇਆ। ਜਿਵੇਂ ਹੀ ਉਸਨੇ ਬਾਹਰ ਆ ਕੇ ਗਿੰਦੀ ਨੂੰ ਦੇਖਿਆ, ਉਹ ਗਿੰਦੀ ਦੇ ਗਲ ਲੱਗ ਕੇ ਰੋਣ ਲੱਗੀ। ਗਿੰਦੀ ਨੇ ਉਸ ਨੂੰ ਸੰਭਾਲਿਆ ਤੇ ਪੁੱਛਿਆ ਕੀ ਹੋਇਆ, ਖੁਸ਼ ਤਾਂ ਹੈ? ਅਰਮਾਨ ਕਿੱਥੇ ਆ? ਤਾਂ ਇੱਕ ਨੌਕਰ ਨੇ ਦੱਸਿਆ ਕਿ ਅਰਮਾਨ ਕਿਤੇ ਬਾਹਰ ਗਿਆ ਏ। ਗਿੰਦੀ ਨੇ ਰਵਨੀਤ ਨੂੰ ਬਿਠਾਇਆ ਤੇ ਪਾਣੀ ਮੰਗਵਾਇਆ। ਰਵਨੀਤ ਨੇ ਗਿੰਦੀ ਦੇ ਹੱਥ ਚੁੰਮਦੇ ਹੋਏ ਕਿਹਾ ਮੈਨੂੰ ਮਾਫ਼ ਕਰ ਦਿਓ ਵੀਰੇ। ਗਿੰਦੀ ਉਸ ਨੂੰ ਚੁੱਪ ਕਰਾਉਂਦਾ ਹੋਇਆ ਪੁੱਛਦਾ ਰਿਹਾ ਕੀ ਹੋਇਆ, ਪਰ ਉਹ ਬਿਨਾਂ ਕੁਝ ਦੱਸੇ ਰੋਂਦੀ ਰਹੀ। ਗਿੰਦੀ ਉਸ ਨੂੰ ਉਸ ਦੇ ਕਮਰੇ 'ਚ ਲੈ ਗਿਆ ਤੇ ਬਿਠਾ ਕੇ ਉਸ ਦੀਆਂ ਅੱਖਾਂ ਸਾਫ਼ ਕਰਦੇ ਹੋਏ ਬੋਲਿਆ ਹੁਣ ਦੱਸ ਕੀ ਗੱਲ ਹੋਈ? ਅਰਮਾਨ ਨਾਲ ਲੜਾਈ ਹੋਈ ਆ? ਕੁਝ ਕਿਹਾ ਉਹਨੇ ਰਵਨੀਤ ਹਜੇ ਵੀ ਕੁਝ ਨਾ ਬੋਲੀ। ਗਿੰਦੀ ਹਲਕਾ ਜਿਹਾ ਹੱਸ ਕੇ ਬੋਲਿਆ ਚੱਲ ਕੋਈ ਨਾ, ਨਹੀਂ ਦੱਸਣਾ ਜੇ। ਪਹਿਲਾਂ ਵੀ ਨਹੀਂ ਦੱਸਿਆ ਸੀ, ਹੁਣ ਵੀ ਨਾ ਦੱਸ। ਮੈਂ ਤਾਂ ਕੋਈ ਫਰਕ ਨਹੀਂ ਰੱਖਿਆ ਸੀ ਤੇਰੇ ਤੇ ਮਣੀ 'ਚ। ਦੋਵਾਂ ਇੱਕੋ ਜਿਹੀਆਂ ਭੈਣਾਂ ਸੀ ਮੇਰੇ ਲਈ। ਪਲ ਰਵਨੀਤ ਤੂੰ ਫਰਕ ਕਰ ਗਈ, ਮੈਨੂੰ ਕੁਝ ਨਹੀਂ ਸਮਝਦੀ ਤੂੰ। ਕਹਿੰਦੇ ਕਹਿੰਦੇ ਗਿੰਦੀ ਦੀਆਂ ਅੱਖਾਂ 'ਚ ਹੰਝੂ ਆ ਗਏ। ਰਵਨੀਤ ਉਸ ਦੀਆਂ ਅੱਖਾਂ 'ਚ ਹੰਝੂ ਦੇਖ ਕੇ ਬੋਲੀ ਨਾ ਵੀਰੇ, ਤੁਸੀਂ ਹੀ ਤਾਂ ਹੋ ਇੱਕ ਮੇਰੇ ਆਪਣੇ। ਮੈਨੂੰ ਮਾਫ਼ ਕਰ ਦਿਓ ਮੇਰੀ ਗਲਤੀ ਲਈ। ਮੈਂ ਇਹ ਗਲਤੀ ਦੀ ਬਹੁਤ ਸਜ਼ਾ ਭੁਗਤ ਰਹੀ ਹਾਂ। ਗਿੰਦੀ ਨੇ ਪੁੱਛਿਆ ਕਿਉਂ, ਕੀ ਹੋ ਗਿਆ? ਹੁਣ ਦੱਸਦੇ ਨਹੀਂ ਮੈਨੂੰ ਵੀ ਚੈਨ ਨਹੀਂ ਮਿਲਣਾ। ਰਵਨੀਤ ਰੋਂਦੀ ਹੋਈ ਕਹਿਣ ਲੱਗੀ ਮੈਂ ਇੱਥੇ ਕੈਦ ਹੋ ਕੇ ਰਹਿ ਗਈ ਹਾਂ। ਮੈਂ ਇੱਕ ਚੀਜ਼ ਹਾਂ ਅਰਮਾਨ ਲਈ। ਮੈਂ ਆਪਣੇ ਪੇਕੇ ਸਹੁਰੇ ਬਸ ਇੱਕ ਲੋੜ ਜਿਹੀ ਪੂਰੀ ਕਰਨ ਵਾਲੀ ਚੀਜ਼ ਬਣ ਕੇ ਰਹਿ ਗਈ। ਗਿੰਦੀ ਨੂੰ ਰੋਂਦੀ ਹੋਈ ਉਸਨੇ ਸਭ ਕੁਝ ਦੱਸਿਆ ਤਾਂ ਗਿੰਦੀ ਨੇ ਕਿਹਾ ਤੂੰ ਕਿਵੇਂ ਕਹਿ ਸਕਦੀ ਆ ਤੇਰਾ ਕੋਈ ਨਹੀਂ? ਮੈਂ ਤੇਰਾ ਭਾਈ ਨਹੀਂ ਆ? ਤੇਰੇ ਨਾਲ ਤੇ ਆਪਣੀ ਆਜ਼ਾਦੀ ਲਈ, ਹੱਕ ਲਈ ਤੂੰ ਇਕੱਲੀ ਨਹੀਂ ਲੜ ਸਕਦੀ। ਤੈਨੂੰ ਕਿਉਂ ਕਿਸੇ ਦੀ ਲੋੜ ਆ? ਕੋਈ ਕੰਮ ਕਰ ਸਕਦੀ ਆ, ਆਪਣੇ ਲਈ ਕਮਾ ਸਕਦੀ ਆ।
ਉਹ ਤੈਨੂੰ ਵਿਆਹ ਕੇ ਲੈ ਕੇ ਆਇਆ, ਖਰੀਦ ਕੇ ਨਹੀਂ। ਜੇ ਕੋਈ ਨਹੀਂ ਵੀ ਆ ਤਾਂ ਵੀ ਕਾਨੂੰਨ ਆ। ਔਰਤ ਨੂੰ ਕਮਜ਼ੋਰ ਤੇਰੇ ਵਰਗੀਆਂ ਬੇਵਕੂਫ ਕੁੜੀਆਂ ਕਾਰਨ ਸਮਝਿਆ ਜਾਂਦਾ। ਉੱਠ, ਆਪਣੇ ਹੱਕ ਲਈ ਲੜ, ਤਲਾਕ ਦੇ, ਅਰਮਾਨ ਨੂੰ ਆਜ਼ਾਦ ਹੋ, ਆਪਣੇ ਲਈ ਜਿਉਣਾ ਸਿੱਖ। ਕਿਸੇ ਔਰਤ ਨੂੰ ਉਸ ਦੀ ਇਜਾਜ਼ਤ ਬਗੈਰ ਉਸ ਦਾ ਪਤੀ ਵੀ ਨਹੀਂ ਛੂਹ ਸਕਦਾ। ਇੰਜ ਮੈਂ ਨਹੀਂ, ਦੇਸ਼ ਦਾ ਕਾਨੂੰਨ ਵੀ ਕਹਿੰਦਾ। ਬਸ ਹੁਣ ਚੱਲ ਮੇਰੇ ਨਾਲ। ਰਵਨੀਤ ਦਾ ਹੱਥ ਫੜ ਕੇ ਤੇਜ਼ੀ ਨਾਲ ਗਿੰਦੀ ਉਸ ਨੂੰ ਉੱਥੋਂ ਪੁਲਿਸ ਸਟੇਸ਼ਨ ਲੈ ਗਿਆ। ਰਿਪੋਰਟ ਲਿਖਵਾ ਕੇ ਉਸੇ ਵਕਤ ਉਹ ਰਵਨੀਤ ਨੂੰ ਆਪਣੇ ਇੱਕ ਵਕੀਲ ਦੋਸਤ ਨੂਰ ਕੋਲ ਲੈ ਗਿਆ। ਨੂਰ ਗਿੰਦੀ ਦੀ ਬਹੁਤ ਪੁਰਾਣੀ ਦੋਸਤ ਸੀ। ਗਿੰਦੀ ਨੂੰ ਬਹੁਤ ਪਿਆਰ ਵੀ ਕਰਦੀ ਸੀ। ਗਿੰਦੀ ਦੀ ਔਰਤਾਂ ਲਈ ਇਹ ਸੋਚ ਕਾਰਨ ਵੀ ਨੂਰ ਉਸ ਨੂੰ ਹੱਦੋਂ ਵੱਧ ਪਿਆਰ ਕਰਦੀ। ਗਿੰਦੀ ਰਵਨੀਤ ਨੂੰ ਨੂਰ ਕੋਲ ਹੀ ਛੱਡ ਗਿਆ। ਨੂਰ ਸ਼ਹਿਰ 'ਚ ਇਕੱਲੀ ਰਹਿੰਦੀ ਸੀ। ਉਹ ਇੱਕ ਕਾਬਿਲ ਵਕੀਲ ਸੀ। ਉਸਨੇ ਰਵਨੀਤ ਨੂੰ ਬਹੁਤ ਸਮਝਾਇਆ ਤੇ ਦੱਸਿਆ ਕਿ ਉਸ ਦਾ ਕੇਸ ਬਹੁਤ ਸੌਖਾ ਹੋ ਜਾਵੇਗਾ ਜੇ ਉਹ ਹੌਸਲਾ ਕਰਕੇ ਆਪਣੇ ਲਈ ਲੜੇ। ਨੂਰ ਤੇ ਰਵਨੀਤ ਨੂੰ ਬਹੁਤ ਹੌਸਲਾ ਦਿੱਤਾ ਤੇ ਉਸ ਦਾ ਤਲਾਕ ਕਰਵਾ ਕੇ ਉਸ ਨੂੰ ਆਜ਼ਾਦ ਕਰਵਾ ਦਿੱਤਾ। ਅਰਮਾਨ ਵੀ ਤਲਾਕ ਦੇਣ ਨੂੰ ਬਹੁਤ ਜਲਦੀ ਮੰਨ ਗਿਆ। ਗਿੰਦੀ ਨੇ ਰਵਨੀਤ ਨੂੰ ਕਿਹਾ ਕਿ ਉਹ ਆਪਣਾ ਕੋਰਸ ਪੂਰਾ ਕਰਕੇ ਕੰਮ ਕਰਨਾ ਸ਼ੁਰੂ ਕਰੇ, ਆਪਣਾ ਸੁਪਨਾ ਪੂਰਾ ਕਰੇ। ਨੂਰ ਵੀ ਸ਼ਹਿਰ ਫਲੈਟ 'ਚ ਇਕੱਲੀ ਰਹਿੰਦੀ ਸੀ। ਉਸਨੇ ਰਵਨੀਤ ਨੂੰ ਕਿਹਾ ਕਿ ਹਜੇ ਉਹ ਉਸ ਨਾਲ ਰਹਿ ਸਕਦੀ ਆ। ਰਵਨੀਤ ਕੋਰਸ ਕਰਨ ਤੋਂ ਬਾਅਦ ਕਿਸੇ ਬੁਟੀਕ 'ਚ ਨੌਕਰੀ ਕਰਨ ਲੱਗੀ। ਫਿਰ ਉਹ ਆਪਣੇ ਡਿਜ਼ਾਈਨਰ ਨੂੰ ਸੋਸ਼ਲ ਮੀਡੀਆ ਦੁਆਰਾ ਸਾਰੀ ਦੁਨੀਆ ਅੱਗੇ ਲੈ ਆਈ। ਉਸ ਦੀ ਸਾਲਾਂ ਦੀ ਮਿਹਨਤ ਨੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ। ਉਸ ਦੇ ਡਿਜ਼ਾਈਨ ਕੀਤੇ ਕੱਪੜਿਆਂ ਦਾ ਹਰ ਕੋਈ ਦੀਵਾਨਾ ਹੋਣ ਲੱਗਿਆ। ਉਹ ਹਰ ਨਵਾਂ ਮੌਕਾ ਸਾਂਭ ਲੈਂਦੀ। ਉਸਨੇ ਮਾਡਲਿੰਗ ਵੀ ਕਰਨੀ ਸ਼ੁਰੂ ਕੀਤੀ। ਦੇਖਦੇ ਹੀ ਦੇਖਦੇ ਉਹ ਹਰ ਪਾਸੇ ਛਾ ਗਈ। ਉਸਨੇ ਇਹ ਸਮਝ ਲਿਆ ਕਿ ਉਹ ਆਪਣੇ ਆਪ ਵਿੱਚ ਸੰਪੂਰਨ ਹੈ। ਉਸ ਦਾ ਆਪਣਾ ਇੱਕ ਸੋਹਣਾ ਜਿਹਾ ਘਰ ਸੀ। ਉਸ ਨੂੰ ਵਿਆਹ ਦਾ ਖਿਆਲ ਨਹੀਂ ਆਇਆ, ਪਰ 2 ਵਾਰ ਉਸਨੇ ਆਪਣਾ ਬੱਚਾ ਦੁਨੀਆ 'ਚ ਲਿਆਉਣ ਤੋਂ ਪਹਿਲਾਂ ਹੀ ਗਵਾ ਲਿਆ ਸੀ। ਉਸ ਦੇ ਅੰਦਰ ਮਮਤਾ ਦੇ ਬੀਜ ਪੈ ਗਏ ਸੀ। ਇਸ ਲਈ ਉਸਨੇ ਸੋਚਿਆ ਕਿ ਉਹ ਕਿਸੇ ਅਨਾਥ ਬੱਚੇ ਨੂੰ ਗੋਦ ਲਵੇਗੀ ਤੇ ਆਪਣੇ ਬੱਚੇ ਨੂੰ ਦੁਨੀਆ ਦੇ ਸਾਰੇ ਚੰਗੇ ਸੰਸਕਾਰ ਤੇ ਖੁਸ਼ੀਆਂ ਦੇਵੇਗੀ। ਸਾਲਾਂ ਬਾਅਦ ਉਸ ਕੋਲ ਉਹ ਸਭ ਸੀ ਜੋ ਉਸਨੇ ਚਾਹਿਆ ਸੀ, ਕਿਉਂਕਿ ਉਸਨੇ ਕਿਤੇ ਵੀ ਹਿੰਮਤ ਨਹੀਂ ਹਾਰੀ ਤੇ ਗਿੰਦੀ ਦਾ ਉਸ ਪ੍ਰਤੀ ਪਿਆਰ ਤੇ ਵਿਸ਼ਵਾਸ ਉਸ ਦੀ ਹਿੰਮਤ ਬਣ ਕੇ ਰੱਖਦਾ। ਹੁਣ ਰੱਬ ਦੀ ਉਸਨੇ ਬਹੁਤ ਮਿਹਰ ਸੀ। ਸਬਰ ਤੇ ਮਿਹਨਤ ਦਾ ਫਲ ਉਸ ਨੂੰ ਬਹੁਤ ਚੰਗਾ ਮਿਲਿਆ। ਉਸਨੇ ਇੱਕ 4 ਸਾਲ ਦੀ ਪਿਆਰੀ ਜਿਹੀ ਬੱਚੀ ਨੂੰ ਗੋਦ ਲਿਆ ਤੇ ਉਸ ਦਾ ਨਾਮ ਅਜੂਨੀ ਰੱਖਿਆ। ਹੁਣ ਜਦ ਕਦੇ ਰਵਨੀਤ ਨੂੰ ਆਪਣਾ ਅਤੀਤ ਯਾਦ ਆ ਜਾਂਦਾ ਤਾਂ ਅਜੂਨੀ ਨੂੰ ਦੇਖ ਕੇ ਉਹ ਸਭ ਭੁੱਲ ਜਾਂਦੀ ਆ ਤੇ ਅਜੂਨੀ ਨਾਲ ਨਵੀਆਂ ਯਾਦਾਂ ਬਣਾਉਣ 'ਚ ਉਹ ਇੰਨੀ ਵਿਅਸਤ ਰਹਿੰਦੀ ਆ ਕਿ ਅਤੀਤ ਦੀਆਂ ਯਾਦਾਂ ਦੇ ਪੰਨੇ ਪਲਟਣ ਦਾ ਵਕਤ ਹੀ ਨਾ ਲੱਗਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।